गुरु रू प्यारी साध संगत जी, वाहिगुरु जी का खालसा वाहिगुरु जी की फतेह। भाई साहब भाई वीर सिंह जी दी एक वार्तालाप आप जी ਨੂੰ ਸਰਵਣ ਕਰਾ ਰਹੇ ਸੀ, ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸੰਕਲਿਤ ਕੀਤੀ ਗਈ ਸੀ। ਆਓ ਉਸ ਦਾ ਤੀਸਰਾ ਤੇ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅਗਲਾ ਹੈ ਸਾਖੀਆਂ। ਭੈਣ ਕੋਈ ਸਾਖੀਆਂ, ਵੀਰ ਬੀਬੀ ਕਈ ਸ਼ਬਦ ਲਗਭਗ ਸਾਖੀਆਂ ਹਨ। ਸਤਿਗੁਰੂ ਜੀ ਨੇ ਕਿਸੇ ਨਾ ਕਿਸੇ ਦੇ ਪਰਥਾਏ ਬਹੁਤ ਸ਼ਬਦ ਉਚਾਰੇ ਹਨ। ਕੋਈ ਅਗਲੇ ਨੂੰ ਸਾਹਮਣੇ ਕਰਕੇ ਮੁਖਾਤਬ ਕਰਕੇ ਕਿਹਾ ਹੈ, ਕਦੇ ਤ੍ਰਿਆਕੁਲ ਹੋ ਕੇ ਤੇ ਕਦੇ ਆਪਣੇ ਮਨ ਨੂੰ ਸੰਬੋਧਨ ਕਰਕੇ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਕਦੇ ਹੋ ਚੁੱਕੀਆਂ ਗੋਸ਼ਟਾਂ ਦੇ ਮਗਰੋਂ ਉਸਦੇ ਸਾਰ ਕਥਨ ਵਿੱਚ ਬਾਣੀ ਰਚੀ ਹੈ। ਅਕਾਲ ਪੁਰਖ ਦੇ ਪ੍ਰੇਮ ਤੇ ਲਿਵਲੀਨਤਾ ਵਿੱਚ ਈਸ਼ਵਰੀਏ ਗਿਆਨ ਦੀ ਪ੍ਰਾਪਤੀ ਬਾਣੀ ਵਿੱਚ ਕਹੀ ਹੈ। ਉਹ ਪਰਥਾਏ ਉਪਦੇਸ਼ ਹੋਈ ਹੈ। ਇਉਂ ਬਾਣੀ ਰੱਬੀ ਗਿਆਨ ਹੈ ਤੇ ਅਨੁਭਵੀ ਪ੍ਰੇਮ ਤਰੰਗ ਹਨ। ਰੱਬੀ ਗਿਆਨ ਲੋਕਾਂ ਨੂੰ ਉਪਦੇਸ਼ ਹੋਇਆ ਤੇ ਗੋਸ਼ਟਾਂ ਵਿੱਚ ਦੱਸਿਆ ਵੀ ਰੱਬੀ ਗਿਆਨ ਹੀ ਹੈ। ਪਹਿਲਾ ਹੈ ਬਗਲ ਸਮਾਧੀ। ਕੀਕੂ ਆਸਾ ਦੀ ਵਾਰ ਵਿੱਚ ਇੱਕ ਬਗਲ ਸਮਾਧੀ ਪੰਡਤ ਨੂੰ ਸਮਝਾ ਰਹੇ ਹਨ। ਤ੍ਰੈਪਾਲ ਤੇ ਹਾਲ ਵਿਚਾਰੰ। ਤ੍ਰੈਪਾਲ ਮਤਲਬ ਵਾਹਿਗੁਰੂ। ਤੇਰਾ ਹਾਲ ਵਿਚਾਰ ਰਿਹਾ ਹੈ। ਤੇਰਾ ਕਹਿਣ ਤੋਂ ਸਪਸ਼ਟ ਪਤਾ ਲੱਗਿਆ ਕਿ ਇਹ ਕਿਸੇ ਪੰਡਤ ਨੂੰ ਸਾਹਮਣੇ ਸਮਝਾ ਰਹੇ ਹਨ। ਪਰ ਤ੍ਰਿਆਕੁਲ ਹੋ ਕੇ ਜਾਂ ਆਪਣੇ ਆਪ ਨੂੰ ਸਾਹਮਣੇ ਕਰਕੇ ਜਦ ਕਹਿੰਦੇ ਹਨ, ਤਦ ਹੁੰਦਾ ਤਾਂ ਕਦੇ ਕਦੇ ਸਾਖੀ ਪਰਥਾਏ ਹੈ, ਪਰ ਸਪਸ਼ਟ ਅਸੀਂ ਆਖ ਨਹੀਂ ਸਕਦੇ। ਹੋ ਸਕਦਾ ਹੈ ਕਿ ਆਪਣੇ ਰੰਗ ਵਿੱਚ ਹੀ ਉਚਾਰ ਰਹੇ ਹੋਣ। ਦੂਸਰਾ ਹੈ ਰਾਜਪੁਤਰੀਆਂ ਦੀ ਸਾਖੀ। ਜਨਮ ਸਾਖੀਆਂ ਪ੍ਰਸੰਗਾਂ ਦੀ ਮਦਦ ਨਾਲ ਤਾਂ ਅਸੀਂ ਕਿਤਨੇ ਹੀ ਸ਼ਬਦਾਂ ਬਾਬਤ ਦੱਸ ਸਕਦੇ ਹਾਂ ਕਿ ਫਲਾਣੇ ਪਰਥਾਏ ਫਲਾਣਾ ਸ਼ਬਦ ਉਚਾਰਿਆ ਹੈ, ਪਰ ਨਿਰੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਉਗਾਈ ਤੋਂ ਵੀ ਬਹੁਤ ਪਤੇ ਲੱਗਦੇ ਹਨ। ਜਿਹਾ ਕਿ ਗਾਛੋ ਪੁੱਤਰੀ ਰਾਜਕੁਆਰ, ਨਾਮ ਭਾਣੋ ਸਚਦੋਤ ਸਵਾਰ। ਬਸੰਤ ਮਹੱਲਾ ਪਹਿਲਾ। ਇਹ ਸ਼ਿਵਨਾਬ ਦੀ ਪੁੱਤਰੀ ਨੂੰ ਉਪਦੇਸ਼ ਕੀਤਾ ਸੀ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੇਵਲ ਇੰਨੀ ਉਗਾਈ ਮਿਲਦੀ ਹੈ ਕਿ ਉਹ ਕਿਸੇ ਰਾਜ ਕਨਿਆ ਨੂੰ ਸਤਿਗੁਰ ਨੇ ਕਿਹਾ ਹੈ, ਜਾਓ ਬੇਟਾ ਨਾਮ ਜਪੋ, ਇਹੋ ਸੱਚੀ ਸੁੰਦਰਤਾ ਹੈ। ਤੀਸਰਾ ਸ਼ਿਵਨਾਬ ਦੀ ਨੂੰਹ। ਫਿਰ ਸ਼ਿਵਨਾਬ ਦੀ ਵੋਟੀ ਨੂੰਹ ਨੂੰ ਕਹਿੰਦੀ ਹੈ, ਮਹਾਰਾਜ ਨੂੰ ਮੱਥਾ ਟੇਕ, ਤੇ ਉਹ ਕਹਿੰਦੀ ਹੈ, ਮੇਰੇ ਤੋਂ ਨਿਵਿਆ ਨਹੀਂ ਜਾਂਦਾ। ਤਾਂ ਸੱਸ ਕਹਿੰਦੀ ਹੈ, ਦੇਹ ਦਾ ਅਭਿਮਾਨ ਨਾ ਕਰ। ਵੱਡੇ ਵੱਡੇ ਪੱਕੇ ਮੰਦਰ ਢਹਿ ਗਏ, ਇਸ ਦੇਹ ਨੇ ਕਦ ਰਹਿਣਾ ਹੈ। ਤਦੋਂ ਸਤਿਗੁਰੂ ਉਸ ਸੁੰਦਰੀ ਨੂੰ ਕਹਿੰਦੇ ਹਨ, ਨਹੀਂ ਬੇਟਾ, ਕਿਸੇ ਦੇ ਕਹੇ ਮੱਥਾ ਨਹੀਂ ਟੇਕਣਾ। ਪਹਿਲਾਂ ਵਸਤ ਸਿੰਜਾਣ ਕੇ ਤਾਂ ਕੀ ਚੈਵਾ ਪਾਰ। ਤੂੰ ਪਛਾਣ ਆਪਣੇ ਲਈ ਕਿ ਜਿਸ ਨੂੰ ਤੂੰ ਵਾਹਿਗੁਰੂ ਦਾਤ ਦਾ ਦਾਤਾ ਮੰਨਣਾ ਹੈ, ਉਹ ਠੀਕ ਦਾਤਾ ਹੈ ਕਿ ਨਹੀਂ। ਸਤਿਗੁਰ ਨੇ ਰਸਮ ਪ੍ਰਸਤੀ ਦੂਰ ਕਰਕੇ ਸੁਤੰਤਰ ਚੋਣ ਦਾ ਉਪਦੇਸ਼ ਦਿੱਤਾ ਤੇ ਦੱਸਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸਾਖੀ ਤਾਂ ਨਹੀਂ ਲਿਖੀ, ਪਰ ਇਹ ਨੂੰਹ ਸੱਸ ਤੇ ਗੁਰੂ ਜੀ ਦੀ ਬਾਤ ਲਿਖੀ ਹੈ, ਜਿਸ ਤੋਂ ਇਹ ਤਾਂ ਸਿੱਧ ਹੈ ਕਿ ਕਿਸੇ ਸੱਸ ਨੇ ਕਿਸੇ ਨੂੰਹ ਨੂੰ ਮੱਥਾ ਟੇਕਣ ਲਈ ਕਿਹਾ ਤੇ ਸਤਿਗੁਰ ਨੇ ਆਪਣੀ ਅਰੋਗ, ਤੰਦਰੁਸਤ, ਤਕੜੀ ਤੇ ਅਭੈ ਰੂਹਾਨੀ ਜ਼ਿੰਦਗੀ ਪੈਦਾ ਕਰਨ ਦਾ ਸੱਚਾ ਉਪਦੇਸ਼ ਸੁਤੰਤਰ ਚੋਣ ਵਾਲਾ ਉਸਨੂੰ ਦਿੱਤਾ। ਚੌਥਾ ਹੈ ਜਨੇਊ। ਆਸਾ ਦੀ ਵਾਰ ਵਿੱਚ ਸਤਿਗੁਰ ਨੇ ਉਪਦੇਸ਼ ਦਿੱਤਾ ਹੈ ਕਿ ਧਾਗੇ ਦਾ ਜਨੇਊ ਮੁਕਤ ਨਹੀਂ ਕਰ ਸਕਦਾ। ਮੁਕਤ ਕਰਨੇ ਵਾਲਾ ਜਨੇਊ ਦਇਆ, ਸੰਤੋਖ, ਜਤ, ਸਤ ਆਦਿ ਸ਼ੁਭ ਗੁਣਾਂ ਦਾ ਚਾਹੀਏ। ਹੈ ਤਾਂ ਇਹ ਸ਼ਲੋਕ ਉਪਦੇਸ਼ ਰੂਪ। ਇਸ ਵਿੱਚ ਇੱਕ ਤੁਕ ਹੈ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ। ਹੁਣ ਹਈ ਤਾਂ ਪਾਂਡੇ ਕਤ ਸਨਮੁਖ ਸੰਬੋਧਨ ਹੈ। ਕਿਸੇ ਨੂੰ ਕਹਿ ਰਹੇ ਹਨ ਕਿ ਜੇ ਜਨੇਊ ਹਈ ਤਾਂ ਲਿਆ ਪਾ। ਇਹ ਪਾਂਡੇ ਨਾਲ ਗੱਲਾਂ ਕਰ ਰਹੇ ਜਾਪਦੇ ਹਨ। ਸਤਿਗੁਰ ਏਕਾਂਤਵਾਸੀ ਬਚਪਨ ਤੋਂ ਸਨ, ਸੋ ਕਿਸੇ ਦੇ ਜਨੇਊ ਦੇ ਭੀੜ ਭੜਾਕੇ ਪਰ ਜਾਣਾ ਘੱਟ ਸੰਭਵ ਹੈ। ਆਪਣੇ ਬੱਚਿਆਂ ਲਈ ਪਾਂਡੇ ਨੂੰ ਸੱਦਣਾ ਸੰਭਵ ਹੀ ਨਹੀਂ, ਕਿਉਂਕਿ ਇਹਨਾਂ ਖਿਆਲਾਂ ਵਾਲੇ ਦਾ ਰਸਮ ਕਰਨ ਲਈ ਪਾਂਡੇ ਨੂੰ ਸੱਦ ਕੇ ਫਿਰ ਸਮਝੌਤੀ ਕਰਨੀ ਆਪਣੇ ਆਪ ਵਿੱਚ ਅਸੰਭਵ ਹੈ। ਬਾਕੀ ਇਹੋ ਗੱਲ ਸਪਸ਼ਟ ਹੈ ਕਿ ਆਪਣੇ ਜਨੇਊ ਪੈਰਨ ਵੇਲੇ ਪਾਂਡਾ ਆਇਆ ਹੈ
ਤੇ ਉਸ ਨੂੰ ਮੱਤ ਦੇ ਰਹੇ ਹਨ ਤੇ ਸੱਚੇ ਜਨੇਊ ਦੀ ਜੋ ਮੁਕਤ ਕਰੇ ਵਿਆਖਿਆ ਕਹਿ ਰਹੇ ਹਨ, ਜੋ ਗੱਲਬਾਤ ਪੰਡਤ ਨਾਲ ਹੋਈ, ਜੋ ਈਸ਼ਵਰੀ ਗਿਆਨ ਉਸ ਨੂੰ ਦੱਸਿਆ, ਸੋ ਗੁਰੂ ਜੀ ਨੇ ਬਾਣੀ ਵਿੱਚ ਰਚ ਦਿੱਤਾ। ਪੰਜਵਾਂ ਹੈ ਪਿੰਡ ਪਤਲ ਆਦਿ। ਪਿੰਡ ਪਤਲ ਗੰਗਾ ਆਦਿ ਲਈ ਵੇਰਵਾ ਇਸ ਸ਼ਬਦ ਤੋਂ ਪ੍ਰਤੀਤ ਹੁੰਦਾ ਹੈ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮਸਿਓ ਮੇਲ। ਲੋਕਾ ਮਤ ਕੋ ਫਕੜ ਪਾਏ, ਲਖ ਮੜਿਆ ਕਰ ਏਕ ਠੇ, ਏਕ ਰਤੀਲੇ ਪਾਏ। ਰਹਾਉ ਪਿੰਡ ਪਤਲ ਮੇਰੀ ਕੇਸੋ ਕਿਰਿਆ, ਸਚ ਨਾਮ ਕਰਤਾਰ, ਐਥੇ ਓਥੇ ਆਗੇ ਪਾਛੈ ਇਹ ਮੇਰਾ ਆਧਾਰ। ਗੰਗ ਬਨਾਰਸ ਸਿਫਤ ਤੁਮਾਰੀ, ਨਾਮੈ ਆਤਮ ਰਾਓ, ਸੱਚਾ ਨਾਵਣ ਤਾਂ ਥੀਐ ਜਾਂ ਅਹਨਿਸ ਲਾਗੈ ਭਾਓ। ਇਕ ਲੋਕੀ ਹੋਰ ਛਮਛਰੀ, ਬ੍ਰਾਹਮਣ ਵਟ ਪਿੰਡ ਖਾਏ, ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਿਖੁਟਸ ਨਾਹੀਂ। ਸਾਫ਼ ਹੈ ਕਿ ਕਿਸੇ ਪਿੰਡ ਭਰਾਉਣ ਲਈ ਪਾਂਡੇ ਜਾਂ ਹੋਰ ਕਿਸੇ ਨੇ ਕਿਹਾ ਹੈ ਤਾਂ ਆਪ ਜੀ ਨੇ ਬਚਨ ਕੀਤਾ ਹੈ, ਪਿੰਡ ਪਤਲ ਮੇਰੀ ਕੇਸੋ ਕਿਰਿਆ, ਸਚ ਨਾਮ ਕਰਤਾਰ। ਮੇਰੀ ਪਤ ਤੋਂ ਆਪਣੀ ਬਾਬਤ ਸਾਫ਼ ਕਹਿ ਰਹੇ ਹਨ। ਇਸ ਤੋਂ ਸਹੀ ਹੁੰਦਾ ਹੈ ਕਿ ਪਰਲੋਕ ਸਮੇਂ ਆਪ ਨੇ ਇਹ ਉਪਦੇਸ਼ ਆਪਣੇ ਅੰਤਲੇ ਸੰਸਕਾਰ ਬਾਬਤ ਦਿੱਤਾ ਹੈ। ਜੇ ਕਿਸੇ ਹੋਰਸ ਦੇ ਪਰਥਾਏ ਉਪਦੇਸ਼ ਵੀ ਮੰਨ ਲਈਏ, ਤਦ ਵੀ ਇਸ ਵਿੱਚ ਪਾਂਡੇ ਲਈ ਹਿਦਾਇਤ ਹੈ ਕਿ ਅੰਤਮ ਸੰਸਕਾਰ ਅਸਾਂ ਬ੍ਰਾਹਮਣੀ ਮਤ ਅਨੁਸਾਰ ਨਹੀਂ ਕਰਨਾ, ਪਰ ਗੁਰਮਤ ਅਨੁਸਾਰ। ਫਿਰ ਦੇਖੋ ਕਿ ਸਾਰੀਆਂ ਜਗਤ ਰੀਤਾਂ ਬਾਬਤ ਵੀ ਆਪ ਫਰਮਾਉਂਦੇ ਹਨ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ, ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਤ ਰਹਿ। ਛੇਵਾਂ ਹੈ ਮਰਦਾਨਾ। ਇਸੀ ਤਰ੍ਹਾਂ ਮਰਦਾਨੇ ਦਾ ਪਤਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਚੱਲਦਾ ਹੈ। ਮਰਦਾਨੇ ਪਰਥਾਏ ਗੁਰੂ ਜੀ ਨੇ ਇੱਕ ਸਲੋਕ ਕਿਹਾ ਹੈ, ਦੇਖੋ ਵਾਰ ਬਿਹਾਗੜਾ। ਸਤਵਾਂ ਹੈ ਮੂਲਾ। ਇਸੇ ਤਰ੍ਹਾਂ ਵਾਰਾਂ ਤੇ ਵਧੀਕ ਵਿੱਚ ਨਾਲ ਕਿਰਾੜਾ ਦੋਸਤੀ, ਕੂੜੇ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ, ਆਵੇ ਕਿਤੇ ਥਾਏ। ਇਸ ਸਲੋਕ ਤੋਂ ਵੀ ਪਤਾ ਲੱਗਦਾ ਹੈ ਕਿ ਮੂਲੇ ਕਿਰਾੜ ਪਰਥਾਏ ਇਹ ਵਾਕ ਹੋਏ ਹਨ। ਅੱਠਵਾਂ ਹੈ ਮਜ਼ਹਬ। ਭੈਣ, ਉਸ ਸਮੇਂ ਪੰਜਾਬ ਦਾ ਮਜ਼ਹਬ ਧਰਮ ਜਾਂ ਮਤ ਕੀ ਸੀ? ਵੀਰ, ਕਾਂਵਾ ਰੋਲੀ। ਵੇਦ ਮਤ ਨੂੰ ਬੁੱਧ ਮਤ ਖਾ ਚੁੱਕੀ ਸੀ, ਬੁੱਧ ਮਤ ਨੂੰ ਬ੍ਰਾਹਮਣੀ ਮਤ ਫਿਰ ਸਮਾਪਤ ਕਰ ਚੁੱਕਾ ਸੀ, ਬ੍ਰਾਹਮਣੀ ਮਤ ਨੂੰ ਮੁਸਲਮਾਨੀ ਮਤ ਗ੍ਰਹਿਣ ਲਾ ਰਿਹਾ ਸੀ ਤੇ ਉਸ ਪਰ ਵੈਸ਼ਨੋ ਮਤ ਦੀ ਹਲਕੀ ਰੰਗਣ ਚੜ੍ਹ ਕੇ ਫਿੱਕੀ ਪੈ ਰਹੀ ਸੀ। ਪਰ ਕਨਪਾਟੇ ਜੋਗੀ ਮਤ ਦੀ ਪੈਵੰਦ ਕੁਛ ਹਰੀ ਸੀ, ਪਰ ਇਹ ਹਰਿਆਵਲੀ ਧਾਰਨਾ, ਧਿਆਨ, ਸਮਾਧੀ ਦੀ ਨਹੀਂ ਸੀ। ਇਹ ਨਾਟਕਾਂ, ਚੇਟਕਾਂ, ਤੰਤਰਾਂ, ਮੰਤਰਾਂ, ਸਿੱਧੀਆਂ ਤੇ ਭਾਠੀਆਂ ਚੋਣ, ਸ਼ਰਾਬਾਂ ਪੀਣ, ਕੰਨ ਪਾੜਨ ਤੇ ਰਾਜਿਆਂ ਦੇ ਗੀਤ ਗਾਉਂਦੇ ਫਿਰਨ ਤੱਕ ਆ ਗਈ ਸੀ। ਪਰ ਤਦ ਵੀ ਬ੍ਰਾਹਮਣੀ ਮਤ ਦੇ ਟਾਵੇਂ ਪੰਡਤ ਮੌਜੂਦ ਸਨ। ਦੂਏ ਪਾਸੇ ਮੁਸਲਮਾਨ ਸਨ, ਜਿਨ੍ਹਾਂ ਦੇ ਸੂਫੀ ਫਕੀਰ ਹਿੰਦੂ ਵੇਦਾਂਤ ਦੀ ਰੰਗਤ ਹੇਠ ਆ ਕੇ ਆਪਣੇ ਮਤ ਦੇ ਪ੍ਰਚਾਰ ਦਾ ਕੰਮ ਕਰ ਰਹੇ ਸਨ। ਪਰ ਤੇਜ ਵਿੱਚ ਸ਼ਰਅ ਵਾਲੇ ਕਾਜ਼ੀ ਮੁੱਲਾ ਸਨ। ਹੁਣ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਇਹਨਾਂ ਸਿਧਾਂਤਾਂ ਤੇ ਕੀ ਕੋ ਪਹੁੰਚਦੇ ਹਾਂ, ਸੁਣੋ। ਸਭ ਤੋਂ ਵਧੇਰੇ ਸਤਿਗੁਰੂ ਜੀ ਨੂੰ ਸਿੱਧ ਮਿਲਦੇ ਹਨ ਤੇ ਜਗ੍ਹਾ ਜਗ੍ਹਾ ਆਪ ਜੋਗੀਆਂ ਨਾਲ ਚਰਚਾ ਕਰਦੇ ਹਨ। ਸਿੱਧ ਗੋਸ਼ਟ ਤੇ ਹੋਰ ਅਨੇਕ ਸ਼ਬਦ ਸਲੋਕ ਇਹਨਾਂ ਪਰਥਾਏ ਲਿਖੇ ਹਨ। ਸਤਿਗੁਰੂ ਉਹਨਾਂ ਨੂੰ ਸ਼ਰਾਬ ਪੀਣੋਂ ਹੋੜਦੇ ਹਨ ਤੇ ਗੁੜ ਕਰ ਗਿਆਨ ਧਿਆਨ ਕਰ ਧਾਵੇ ਦੀ ਰੂਹਾਨੀ ਸ਼ਰਾਬ ਦੱਸਦੇ ਹਨ। ਇਸੇ ਤਰ੍ਹਾਂ ਕਾਜ਼ੀ ਮੁਲਾਣਿਆਂ ਨੂੰ ਉਹਨਾਂ ਦੀਆਂ ਸ਼ਰਈ ਬਨਾਵਟਾਂ ਤੇ ਫੋਕੀ ਰਸਮ ਪ੍ਰਸਤੀ ਤੋਂ ਕੱਢਣ ਲਈ ਅਨੇਕ ਸ਼ਬਦ ਆਖਦੇ ਹਨ ਤੇ ਫਿਰ ਬ੍ਰਾਹਮਣੀ ਮਤ ਦੇ ਪਾਂਡਿਆਂ, ਪੰਡਤਾਂ ਪਰਥਾਏ ਤੇ ਪੱਟੀਆਂ ਤੇ ਓੰਕਾਰ ਉਚਾਰਦੇ ਹਨ। ਸੋ ਜੋ ਮੈਂ ਕਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਧ ਹੈ। ਫਿਰ ਦੇਖੋ ਸ੍ਰੀ ਰਾਗ ਵਿੱਚ ਇੱਕ ਸ਼ਬਦ ਹੈ ਜਿਸ ਵਿੱਚ ਗੁਰੂ ਜੀ ਕਹਿੰਦੇ ਹਨ, ਮਰਣਾ ਮੁੱਲਾ ਮਰਣਾ, ਪੀ ਕਰ ਤਾਰੋਂ ਡਰਣਾ। ਰਹਾਓ ਤਾਂ ਤੂੰ ਮੁੱਲਾ ਤਾਂ ਤੂੰ ਕਾਜ਼ੀ, ਜਾਣੈ ਨਾਮ ਖੁਦਾਈ। ਇਸ ਤੋਂ ਸਪਸ਼ਟ ਹੈ ਕਿ ਕਿਸੇ ਮੁੱਲਾ ਨਾਲ ਸਾਖੀ ਹੋਈ ਹੈ ਤੇ ਸਤਿਗੁਰ ਨੇ ਅਮਲੀ ਜੀਵਨ ਤੇ ਨਾਮ ਦਾ ਉਪਦੇਸ਼ ਦਿੱਤਾ ਹੈ। ਉਸ ਦੀਆਂ ਬਨਾਵਟੀ ਸ਼ਰਾਂ ਦੀਆਂ ਜ਼ਿੱਦਾਂ ਨੂੰ ਗਲਤ ਦੱਸ ਕੇ ਵਾਹਿਗੁਰੂ ਨਾਮ ਦਾ ਉਪਦੇਸ਼ ਦਿੱਤਾ ਹੈ। ਇਸ ਤਰ੍ਹਾਂ ਮੁਸਲਮਾਨ ਕਹਾਵਣ ਮੁਸ਼ਕਲ ਤੇ ਹੋਰ ਕਈ ਸ਼ਬਦ ਜੋ ਸਨਮੁਖ ਗੁਫ਼ਤਗੂ ਦੇ ਹਨ, ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਹ ਨਹੀਂ ਕਹਿ ਸਕਦੇ ਕਿ
ਲੋਧੀ ਦੇ ਕਾਜ਼ੀ ਨਾਲ ਹੋਏ ਕਿ ਮੱਕੇ ਦੇ ਸ਼ਰੀਫ ਨਾਲ ਹੋਏ, ਪਰ ਕਿਸੇ ਵੇਲੇ ਕਿਸੇ ਮੁਸਲਮਾਨ ਨਾਲ ਇਹ ਵਿਚਾਰ ਤੇ ਉਸ ਨੂੰ ਉਪਦੇਸ਼ ਜ਼ਰੂਰ ਹੋਇਆ ਹੈ, ਜਿਸ ਨੂੰ ਸਤਿਗੁਰ ਨੇ ਆਪ ਮਿੱਠੀ ਪਿਆਰੀ ਪੰਜਾਬੀ ਵਿੱਚ ਸਾਡੇ ਤੱਕ ਪਹੁੰਚਣ ਲਈ ਰਚਿਆ ਤੇ ਪੰਚਮ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ ਲਿਖ ਦਿੱਤਾ। ਇਸ ਤਰ੍ਹਾਂ ਆਸਾ ਦੀ ਵਾਰ ਦਾ ਕੁਝ ਹਿੱਸਾ ਖਾਸ ਕਰ ਪੌੜੀਆਂ ਦਾ ਵਾਹਿਗੁਰੂ ਜੀ ਦੇ ਸੰਬੰਧ ਵਿੱਚ ਹੈ। ਕਿਸੇ ਫਿਲਾਸਫਰ ਨਾਲ ਬਹਿਸ ਦਾ ਹੈ, ਕੁਝ ਪੰਡਤਾਂ ਨਾਲ ਹੈ, ਕੁਝ ਬ੍ਰਹਮਚਾਰੀਆਂ ਨਾਲ ਹੈ, ਕੁਝ ਮੁਸਲਮਾਨਾਂ ਨਾਲ ਤੇ ਕੁਝ ਆਮ ਕੁਰੀਤੀਆਂ ਬਾਬਤ ਹੈ, ਤੇ ਸਿਧਾਂਤ ਉਹ ਵਾਹਿਗੁਰੂ ਪ੍ਰੇਮ ਨਾਮ ਲਿਵ ਤੇ ਰਜ਼ਾ ਦਾ ਸਿਖਾਇਆ ਹੈ। ਜਦੋਂ ਜੈਨ ਮਤ ਵੀ ਸੀ, ਬੋਧੀ ਤੇ ਬੁੱਧ ਦਾ ਲਫ਼ਜ਼ ਤਾਂ ਸਤਿਗੁਰ ਨੇ ਥੋੜ੍ਹੀ ਵੇਰੀ ਹੀ ਵਰਤਿਆ ਹੈ, ਜਿਸ ਤੋਂ ਜਾਪਦਾ ਹੈ ਕਿ ਇਸ ਮਤ ਵਾਲੇ ਮੁੱਕ ਚੁੱਕੇ ਸਨ, ਪਰ ਗੁਰੂ ਜੀ ਨੂੰ ਉਹਨਾਂ ਦਾ ਪਤਾ ਪੂਰਾ ਹੈ ਸੀ। 9ਵਾਂ ਹੈ ਸਰੇਵੜਾ। ਭੈਣ, ਸਤਿਗੁਰੂ ਜੀ ਨੂੰ ਕਦੇ ਸਰੇਵੜਾ ਵੀ ਕੋਈ ਮਿਲਿਆ ਹੈ? ਵੀਰ, ਹਾਂ ਭੈਣ ਜੀ, ਮਾਝ ਦੀ ਵਾਰ ਵਿੱਚ ਪੌੜੀ ਹੈ ਜਿਸ ਵਿੱਚ ਸਤਿਗੁਰੂ ਜੀ ਨੇ ਸਰੇਵੜਿਆਂ ਦੀਆਂ ਭੁੱਲਾਂ ਦੱਸੀਆਂ ਹਨ। ਸਿਰ ਖੁਹਾਏ, ਪੀਏ ਮਲਵਾਣੀ। ਇਸ ਤੋਂ ਪਤਾ ਲੱਗਦਾ ਹੈ ਕਿ ਜਾਂ ਕਿਸੇ ਨਾਲ ਗੋਸ਼ਟ ਹੋਈ ਹੈ ਜਾਂ ਉਹਨਾਂ ਦੀ ਕਿਰਿਆ ਨੂੰ ਮਾੜਾ ਕਹਿ ਕੇ ਲੋਕਾਂ ਨੂੰ ਸਮਝਾਇਆ ਹੈ। ਹਰ ਹਾਲ ਵਿੱਚ ਉਹਨਾਂ ਨੇ ਇਸ ਮਤ ਦੀ ਕਿਰਿਆ ਨੂੰ ਪਸੰਦ ਨਹੀਂ ਕੀਤਾ, ਸੋ ਪਤਾ ਲੱਗਾ ਕਿ ਸਰੇਵੜੇ ਵੀ ਤਦੋਂ ਸਨ। ਇਸ ਤੋਂ ਛੁੱਟ ਇੱਕ ਜੈਨੀ ਉੱਜੜ ਪਾਏ ਦੀ ਰਚਨਾ ਵੀ ਹੈ। ਭਾਵੇਂ ਪਤਾ ਨਹੀਂ ਕਿ ਸੂਰਤ ਕੇ ਤਨਾਸਰੀ ਦੇਸ਼ ਕੇ ਕਿੱਥੇ ਕੋਈ ਗੱਲ ਹੋਈ, ਪਰ ਜੈਨੀਆਂ ਦੀ ਕਿਰਿਆ ਬਾਬਤ ਆਪ ਨੇ ਆਪਣਾ ਅਜੋੜ ਦੱਸਿਆ ਹੈ। 10ਵਾਂ ਹੈ ਆਰਤੀ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਤਨਾਸਰੀ ਰਾਗ ਵਿੱਚ ਗਗਨ ਮੈਂ ਥਾਲ ਰਾਉ ਚੰਦ ਦੀਪਕ ਬਨੇ ਨਿਰੰਕਾਰ ਦੀ ਆਰਤੀ ਕੁਦਰਤ ਦੇ ਸਾਮਾਨ ਨਾਲ ਕੀਤੀ ਹੈ। ਭਾਵ ਇਹ ਹੈ ਕਿ ਉਹਨਾਂ ਨੇ ਮਨ ਨੂੰ ਬਨਾਵਟ ਤੋਂ ਉੱਚਾ ਕਰਕੇ ਕੁਦਰਤ ਨਾਲ ਇੱਕ ਸਵਰ ਕਰਕੇ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਲਿਵ ਲਾਉਣ ਦੀ ਜਾਚ ਦੱਸੀ ਹੈ। ਮਾਲੂਮ ਹੁੰਦਾ ਹੈ ਕਿ ਕਿਤੇ ਕਿਸੇ ਮੂਰਤੀ ਅੱਗੇ ਆਰਤੀ ਹੁੰਦੀ ਵੇਖ ਕੇ ਸਤਿਗੁਰ ਨੇ ਉਹਨਾਂ ਨੂੰ ਇਹ ਮਿੱਠਾ ਉਪਦੇਸ਼ ਕੀਤਾ ਹੈ। ਅਸੀਂ ਸਮਝ ਸਕਦੇ ਹਾਂ, ਪੂਰਬ ਬਿਹਾਰ, ਬੰਗਾਲ, ਉੜੀਸਾ ਵਿੱਚ ਵੈਸ਼ਨੋ ਮਤ ਪ੍ਰਧਾਨ ਸੀ। ਉਹਨਾਂ ਵਿੱਚ ਆਰਤੀ ਜ਼ਰੂਰੀ ਅੰਗ ਸੀ। ਜਗਨਨਾਥ ਸ਼੍ਰੋਮਣੀ ਮੰਦਰ ਸੀ, ਸੋ ਅਸੀਂ ਖਿਆਲ ਕਰ ਸਕਦੇ ਹਾਂ ਕਿ ਉੱਥੋਂ ਦੇ ਲੋਕਾਂ ਨੂੰ ਫੋਕੀ ਤੇ ਨਿਰੀ ਰਸਮ ਪ੍ਰਸਤੀ ਤੋਂ ਉਦਾਹਰਣ ਨਮਿਤ ਤੇ ਜੀਉਂਦੀ ਪ੍ਰੇਮ ਦੀਆਂ ਚਰਨਾਟਾਂ ਵਾਲੀ ਰੋਗ ਰਹਿਤ ਰੱਬੀ ਜ਼ਿੰਦਗੀ ਦਾਨ ਕਰਨ ਲਈ ਇਹ ਕੁਦਰਤ ਨਾਲ ਇੱਕ ਸਵਰ ਹੋਏ ਕਾਦਰ ਅੱਗੇ ਕਰਨ ਦੀ ਆਰਤੀ ਸਿਖਾਈ ਹੋਵੇ। 11ਵਾਂ ਹੈ ਅਹਿੰਸਾਏ ਪਰਮੋ ਧਰਮ। ਮਾਲੂਮ ਹੁੰਦਾ ਹੈ ਕਿ ਇੱਕ ਕਿਸੇ ਅਹਿੰਸਾਏ ਪਰਮੋ ਧਰਮ ਮੰਨਣ ਵਾਲੇ ਪਾਂਡੇ ਨਾਲ ਸਤਿਗੁਰ ਦੀ ਗੋਸ਼ਟ ਹੋਈ। ਉਹ ਆਖਦਾ ਸੀ ਕਿ ਮਾਸ ਨਾ ਖਾਣਾ ਹੀ ਮੁਕਤੀ ਪਾਣਾ ਹੈ, ਤੇ ਸਤਿਗੁਰ ਆਖਦੇ ਸੀ ਕਿ ਮਾਸ ਖਾਣ ਨਾ ਖਾਣ ਦਾ ਝਗੜਾ ਇੱਕ ਮੂਰਖਤਾ ਹੈ। ਮੁਕਤੀ ਨਾਮ ਤੇ ਲਿਵ ਨਾਲ ਹੈ। ਮਲਾਰ ਰਾਗ ਵਿੱਚ ਇਹ ਗੋਸ਼ਟ ਲਿਖੀ ਹੈ ਕਿ ਉੱਥੇ ਗੁਰੂ ਜੀ ਕਹਿੰਦੇ ਹਨ, ਪਾਂਡੇ ਤੂੰ ਜਾਣਾ ਹੀ ਨਹੀਂ ਕਿੱਥੋਂ ਮਾਸ ਉਪੰਨਾ। ਸਾਫ਼ ਹੈ ਕਿ ਆਪ ਕਿਸੇ ਪਾਂਡੇ ਨੂੰ ਸਨਮੁਖ ਸੰਬੋਧਨ ਕਰ ਰਹੇ ਹਨ। ਸਤਿਗੁਰੂ ਉਸ ਦੀ ਭੁੱਲ ਇਹ ਦੱਸ ਰਹੇ ਹਨ ਕਿ ਮੁਕਤੀ ਨਾਮ ਜਪਣ ਵਾਹਿਗੁਰੂ ਪ੍ਰੇਮ ਨਾਲ ਹੈ। ਵਾਹਿਗੁਰੂ ਵਿਮੁਖ ਰਹਿਣ ਵਾਲੇ ਚਾਹੇ ਮਾਸ ਨਹੀਂ ਖਾਂਦੇ ਤਾਂ ਵੀ ਕਲਿਆਣ ਦੇ ਅਧਿਕਾਰੀ ਨਹੀਂ, ਚਾਹੇ ਖਾਂਦੇ ਹਨ ਤਾਂ ਵੀ ਮੁਕਤ ਨਹੀਂ ਹੋ ਸਕਦੇ। ਤੁਸੀਂ ਮਨ ਦੀ ਵਾਹਿਗੁਰੂ ਨਾਲ ਲਗਾਤਾਰ ਲਗਨ ਦਾ ਖਿਆਲ ਛੱਡ ਕੇ ਵੇਹਤ ਅਵੇਹਤ ਕਰਮਾਂ ਦੇ ਝਗੜੇ ਵਿੱਚ ਪੈ ਕੇ ਅਸੂਰੀ ਸੰਪਦਾ ਵਿੱਚ ਖੇਡ ਰਹੇ ਹੋ। ਸੋ ਕਿਸੇ ਅਹਿੰਸਾ ਨੂੰ ਕੇਵਲ ਮੁਕਤਕਾਰੀ ਮੰਨਣ ਵਾਲੇ ਨਾਲ ਇਹ ਸਾਖੀ ਹੋਈ ਹੈ। ਇਹ ਕੇਵਲ ਇੱਕ ਖਿਆਲ ਦੀ ਰਚਨਾ ਮਾਤਰ ਨਹੀਂ, ਇਸ ਪਦ ਵਿੱਚ ਤੂੰ ਪਿਆ ਹੈ ਜੋ ਕਿ ਦੱਸਦਾ ਹੈ ਕਿ ਕਿਸੇ ਮਾਸ ਦੇ ਭਰਮੀ ਪਰ ਉਂਝ ਫੋਕਟ ਕਰਮੀ ਜਾਂ ਨਿਰੇ ਕਰਮਕਾਂਡੀ ਨੂੰ ਸੰਬੋਧਨ ਹੋ ਰਿਹਾ ਹੈ, ਤੇ ਉਹ ਹੈ ਹੀ ਪਾਂਡਾ। 12ਵਾਂ ਹੈ ਦੱਖਣੀ ਓਂਕਾਰ। ਭੈਣ, ਦੱਖਣੀ ਓਂਕਾਰ ਤੋਂ ਕੁਝ ਪਤਾ ਲੱਗਦਾ ਹੈ? ਵੀਰ, ਜੀ ਹਾਂ, ਇਹ ਇੱਕ ਵਰਣਮਾਲਾ ਦੁਆਰਾ ਉਪਦੇਸ਼ ਹੈ, ਪਰ ਤਰਸ ਦੱਸ ਰਹੀ ਹੈ ਕਿ ਇੱਕ ਪਾਂਡੇ ਨਾਲ ਚਰਚਾ ਹੈ। ਇਹ ਪਾਂਡਾ ਨਿਰਾ ਤੀਰਥਾਂ ਦਾ ਪਰੋਹਤ ਨਹੀਂ, ਸਗੋਂ ਮੁੰਡੇ ਵੀ ਪੜ੍ਹਾਉਂਦਾ ਹੈ। ਜੈਸੇ ਕਿ ਸ਼ੁਰੂ ਵਿੱਚ ਉਸ ਨੂੰ ਸੁਣ ਪਾਂਡੇ ਕਹਿੰਦੇ ਹਨ ਤੇ ਅਖੀਰ ਵਿੱਚ ਦੱਸਦੇ ਹਨ, ਪਾਂਦਾ ਗੁਰਮੁਖ ਆਖੀਐ ਚਾਟਣਿਆਂ ਮੱਧੇ। ਇਸ ਤੋਂ ਸਾਫ਼ ਧੁਨੀ ਨਿਕਲ ਰਹੀ ਹੈ
ਕਿ ਪਾਂਦਾ ਵੀ ਹੈ ਤੇ ਮੁੰਡੇ ਵੀ ਪੜਾਉਂਦਾ ਹੈ। ਇਸ ਪਾਂਦੇ ਨੂੰ ਫੋਕੇ ਗਿਆਨ ਤੋਂ, ਛੂਛੀ ਵਿਦਵਤਾ ਤੋਂ ਕੱਢ ਕੇ ਗੁਰੂ ਜੀ ਨਾਮ ਦੀਆਂ ਚੜ੍ਹਦੀਆਂ ਕਲਾਂ, ਪਰਮੇਸ਼ਰ ਦੇ ਪਿਆਰ ਦੇ ਸੱਚੇ ਸੰਜੋਗ ਦਾ ਉਪਦੇਸ਼ ਕਰਦੇ ਹਨ ਤੇ ਉਪਦੇਸ਼ ਵਿੱਚ ਆਦਮੀ ਦੇ ਜੀਵਨ ਦੇ ਸਾਰੇ ਪਹਿਲੂ ਦਿਖਾਏ ਜਾਂਦੇ ਹਨ। ਇਸ ਦੇ ਪੜ੍ਹਦਿਆਂ ਪਤਾ ਲੱਗ ਜਾਂਦਾ ਹੈ ਕਿ ਪਾਂਡਾ ਜਾਂ ਪਾਂਦਾ ਸਿੱਖੀ ਵਿੱਚ ਆ ਗਿਆ। ਉਸ ਦੀ ਭੈਣ ਨੂੰ ਬੁਰਾ ਲੱਗਾ, ਫਿਰ ਉਸਨੇ ਪ੍ਰਸ਼ਨ ਉੱਤਰ ਕੀਤੇ ਹਨ, ਫਿਰ ਉਸ ਦੀ ਨਿਸ਼ਾ ਹੋਈ। ਅੰਤ ਸਤਿਗੁਰੂ ਉਸ ਨੂੰ ਨਾਮਦਾਨ, ਲਿਵਦਾਨ ਦੇ ਕੇ ਆਏ। 13ਵਾਂ ਹੈ ਭਰਥਰ ਜੋਗੀ। ਭਰਥਰ ਨਾਮੇ ਜੋਗੀ ਨੂੰ ਸਤਿਗੁਰ ਨੇ ਉਪਦੇਸ਼ ਕੀਤਾ ਹੈ, ਜੋ ਆਸਾ ਰਾਗ ਵਿੱਚ ਸਾਰਾ ਸ਼ਬਦ ਹੈ। ਇਸ ਦੀ ਅਖੀਰ ਤੁਕ ਹੈ, ਕਉ ਨਾਨਕ ਸੁਣ ਭਰਥਰ ਜੋਗੀ, ਪਾਰ ਬ੍ਰਹਮ ਲਿਵ ਏਕੰਗ। 2 ਸ਼ਬਦ ਹੋਰ ਵੀ ਇਸੇ ਰਾਗ ਵਿੱਚ ਭਰਥਰ ਦੇ ਨਾਮ ਸਮੇਤ ਹਨ। ਕਉ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਤਾਰੈ। ਤਥਾ ਸੁਣ ਭਰਥਰ ਨਾਨਕ ਕਹੈ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਜਿਸ ਤੋਂ ਸਪਸ਼ਟ ਹੋ ਗਿਆ ਕਿ ਇਹ ਉਪਦੇਸ਼ ਭਰਥਰ ਨਾਮੇ ਜੋਗੀ ਨੂੰ ਹੋ ਰਿਹਾ ਹੈ। ਛੇਕੜੇ ਪਤਾ ਲੱਗਦਾ ਹੈ ਕਿ ਭਰਥਰ ਗੁਰੂ ਜੀ ਦਾ ਗੁਣਨਵਾਦੀ ਹੋ ਗਿਆ ਤੇ ਫਿਰ ਸਦਾ ਉਹਨਾਂ ਦੇ ਨਾਲ ਰਿਹਾ, ਜੈਸੇ ਕਿ ਭੱਟਾ ਨੇ ਪਤਾ ਦਿੱਤਾ ਹੈ, ਭਰਥਰ ਗੁਣ ਉਚਰੈ ਸਦਾ ਗੁਰਸੰਗ ਰਹਿਣ ਤੋਂ। 14ਵਾਂ ਹੈ ਸਿੱਧ ਗੋਸ਼ਟ ਭੈਣ। ਸਤਿਗੁਰੂ ਜੀ ਪਤੰਜਲ ਦੇ ਯੋਗ ਦਰਸ਼ਨ ਤੇ ਸਾਂਖ ਦੀ ਸਾਧਨਾ ਅਰ ਹਠ ਯੋਗ ਦੇ ਸਾਧਨਾ ਦੇ ਜਾਣੂ ਸੇ ਕਿ ਨਹੀਂ। ਵੀਰ ਜੀ ਨਾ ਨੇਰੇ ਜਾਣੂ ਸੇ, ਪਰ ਉਹਨਾਂ ਨੇ ਹਠ ਯੋਗ ਕਰਕੇ ਵੀ ਤੱਕੇ ਹੋਏ ਸਨ। ਇਸੇ ਕਰਕੇ ਸਿੱਧਾਂ ਨਾਲ, ਜੋਗੀਆਂ ਨਾਲ ਜਦ ਚਰਚਾ ਛਿੜਦੀ ਹੈ ਤਾਂ ਉਹਨਾਂ ਦਾ ਖੂਬ ਖੰਡਨ ਕਰਦੇ ਹਨ। ਯਥਾ ਪਹਿਰਾ ਅਗਨ ਹਿਵੈ ਕਰ ਬਾਦਾ। ਇੱਕ ਵੇਰ ਆਖਦੇ ਹਨ, ਅਚਲ ਵਟਾਲੇ ਸਿੱਧਾਂ ਨੂੰ ਪਰਾਜੇ ਕਰ ਦਿੱਤਾ। ਪਰ ਤੁਸਾਂ ਇਸ ਵੇਲ ਬਾਹਰ ਦੀ ਗੱਲ ਤਾਂ ਨਹੀਂ ਸੁਣਨੀ, ਸੋ ਅੰਦਰਲੀ ਸਾਖੀ ਸੁਣੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਧ ਗੋਸ਼ਟ ਗੁਰੂ ਜੀ ਨੇ ਆਪ ਲਿਖੀ ਹੈ ਤੇ ਇਹ ਬਾਣੀ ਸੁੱਤੇ ਲਿਖੀ ਨਹੀਂ ਜਾਪਦੀ। ਇਹ ਹੋਈ ਕਿਸੇ ਗੋਸ਼ਟ ਦਾ ਸਾਰ ਅੰਸ਼ ਗੁਰੂ ਜੀ ਨੇ ਲਿਖਿਆ ਹੈ। ਪਹਿਲੀ ਤੁਕ ਇਉਂ ਹੈ, ਸਿੱਧ ਸਭਾ ਕਰ ਆਸਣ ਬੈਠੇ। ਸਿੱਧ ਸਾਡੇ ਦੀਵਾਨ ਵਿੱਚ ਆਏ ਤੇ ਆ ਕੇ ਆਸਣ ਲਾ ਕੇ ਬੈਠ ਗਏ ਤੇ ਸਾਨੂੰ ਕਹਿਣ ਲੱਗੇ, ਹੇ ਸੰਤ ਸਭਾ, ਤੁਸਾਨੂੰ ਜੈਕਾਰ ਹੋਵੇ। ਅੱਗੋਂ ਫਿਰ ਪ੍ਰਸ਼ਨ ਉੱਤਰ ਟੁਰਦੇ ਹਨ। ਕੌਣ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ। ਅੱਗੇ ਫਿਰ ਬਹਿਸ ਛਿੜ ਪੈਂਦੀ ਹੈ, ਜਿਸ ਵਿੱਚ ਸਤਿਗੁਰੂ ਜੀ ਉਹਨਾਂ ਨੂੰ ਹਠ ਯੋਗ ਦੇ ਕਸ਼ਟ ਤਪਾਂ ਦੀ ਥਾਂ ਨਾਮ ਦੇ ਅਭਿਆਸ ਲਿਵ ਤੇ ਵਾਹਿਗੁਰੂ ਦੇ ਪ੍ਰੇਮ ਵਿੱਚ ਲੈ ਆਉਂਦੇ ਹਨ। ਸੋ ਇਹ ਸਪਸ਼ਟ ਹੈ ਕਿ ਇਹ ਬਾਣੀ ਇੱਕ ਹੋਏ ਵਾਕਿਆ ਦੀ ਹੈ ਤੇ ਉਸ ਸਮੇਂ ਦਿੱਤੇ ਉਪਦੇਸ਼ ਦੀ ਸਾਰ ਅੰਸ਼ ਹੈ। ਅਸਲ ਵਿੱਚ ਇਸ ਸਮੇਂ ਪੰਜਾਬ ਵਿੱਚੋਂ ਜੋ ਕਦੇ ਬੁੱਧ ਮਤ ਦਾ ਪੰਘੂੜਾ ਸੀ, ਯੋਗ ਮਤ ਘਟ ਰਿਹਾ ਸੀ, ਇਸ ਦੇ ਸੁੱਕੇ ਮੁੱਢ ਤੇ ਬ੍ਰਾਹਮਣੀ ਮਤ ਵੀ ਚੱਲ ਰਿਹਾ ਸੀ। ਉਸ ਵਿੱਚ ਬੈਰਾਗ ਮਤ ਦਾ ਰੰਗ ਚੜ੍ਹ ਗਿਆ ਸੀ ਤੇ ਹੁਣ ਉਹ ਗੋਰਖ ਦੇ ਯੋਗ ਮਤ ਦੇ ਮਗਰੋਂ ਦੇ ਸ਼ਰਾਬ ਆਦਿ ਵਾਲੇ ਯੋਗ ਮਤ ਵਿੱਚ ਡਕੋ ਡੋਲੇ ਖਾ ਰਿਹਾ ਸੀ। ਪੰਜਾਬ ਵਿੱਚ ਇਹੋ ਪ੍ਰਧਾਨ ਸੀ। ਜੋਗੀ ਪ੍ਰਚਾਰਕ ਘਰ ਘਰ ਫਿਰਦੇ ਸੇ, ਸ਼ਰਾਬ ਆਦਿ ਜੋਗੀਆਂ ਵਿੱਚ ਧਰਮ ਦਾ ਥਾਂ ਮਲ ਚੁੱਕੇ ਸੀ। ਰਾਗ ਰਾਮਕਲੀ ਵਿੱਚ ਸਤਿਗੁਰ ਦੇ ਜੋਗੀਆਂ ਨਾਲ ਮੁਬਾਇਸੇ ਕਿੰਨੇ ਹੀ ਥਾਈਂ ਆਉਂਦੇ ਹਨ, ਪਰ ਸਭ ਦਾ ਨਿਚੋੜ ਸਿੱਧ ਗੋਸ਼ਟ ਵਿੱਚ ਹੈ। ਜੋ ਉਹਨਾਂ ਨਾਵਾਂ ਤੋਂ ਜੋ ਸਿੱਧ ਗੋਸ਼ਟ ਵਿੱਚ ਆਉਂਦੇ ਹਨ, ਮਾਲੂਮ ਹੁੰਦਾ ਹੈ ਕਿ ਪਰੇ ਦੇ ਮੰਨੇ ਪਰਮੰਨੇ ਆਗੂ ਜੋਗੀਆਂ ਨਾਲ ਚਰਚਾ ਹੋ ਕੇ ਸਤਿਗੁਰ ਨੇ ਪੰਜਾਬ ਨੂੰ ਇਹਨਾਂ ਤੋਂ ਸੁਤੰਤਰ ਕੀਤਾ ਤੇ ਸੱਚੇ ਵਾਹਿਗੁਰੂ ਦਾ ਸੱਚਾ ਪਿਆਰ ਤੇ ਵਾਹਿਗੁਰੂ ਨਾਲ ਦਿਲੀ ਭਾਵਾਂ ਨਾਲ ਲੋਕ ਪਰਲੋਕ ਦੀਆਂ ਸਾਂਝਾਂ ਪਾਉਣ ਦੀ ਸਦਾ ਜਵਾਨ, ਜ਼ੋਰਦਾਰ, ਸੱਚੀ, ਚੜ੍ਹਦੀਆਂ ਕਲਾਂ ਵਾਲੀ ਜ਼ਿੰਦਗੀ ਬਖਸ਼ੀ। ਕਿਉਂਕਿ ਸਿੱਧ ਗੋਸ਼ਟ ਦੇ ਅਖੀਰ ਵਿੱਚ ਮਾਲੂਮ ਹੁੰਦਾ ਹੈ ਕਿ ਇਹਨਾਂ ਲੋਕਾਂ ਨੇ ਹੱਟ ਛੱਡ ਕੇ ਸਤਿਗੁਰੂ ਤੋਂ ਨਾਮ ਦੀ ਯਾਚਨਾ ਕੀਤੀ ਹੈ। ਤੁਸਾਂ ਅੱਜ ਸੁਣਨਾ ਨਹੀਂ। ਭਾਈ ਗੁਰਦਾਸ ਨੇ ਲਿਖਿਆ ਹੈ, ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸਾਂਤ ਸਿੱਧਾਂ ਵਿੱਚ ਆਈ। ਅਰਥਾਤ ਹਠ ਯੋਗ ਤੋਂ ਹਟ ਕੇ ਉਹਨਾਂ ਨੇ ਸ਼ਬਦ ਸ਼ਾਂਤੀ ਦਾਤਾ ਤਸਲੀਮ ਕੀਤਾ ਤੇ ਇਸ ਸ਼ਾਂਤੀ ਵਿੱਚ ਆ ਗਏ। ਪਰ ਲਓ ਮੈਂ ਤੁਹਾਨੂੰ ਸਿੱਧ ਗੋਸ਼ਟ ਦੇ ਵਿੱਚੋਂ ਹੀ ਇਹ ਸਾਖੀ ਸੁਣਾਉਂਦਾ। ਗੁਰੂ ਨਾਨਕ ਜੀ ਹਉ ਅਤੀਤ ਸਨ, ਉਹ ਆਪ ਦੱਸਦੇ ਹਨ, ਹੋਣ ਦਾ ਫੜਿਆਗ ਨਾਨਕ ਜਾਣ, ਨਾ ਹਉ ਨਾ ਮੈਂ ਜੂਨੀ ਪਾਣ। ਉਹ ਆਪਣੀ ਜਿੱਤ ਨੂੰ ਆਪਣੀ ਜਿੱਤ ਨਹੀਂ ਸਨ ਖਿਆਲਦੇ। ਉਹ ਸਭ ਵਾਹਿਗੁਰੂ ਦਾ ਖੇਲ ਜਾਣਦੇ ਸਨ ਤੇ ਦੱਸਦੇ ਸਨ। ਆਪਣੀ ਇਸ ਨਿਮਰਤਾ ਵਾਲੀ ਬੋਲੀ ਵਿੱਚ ਗੁਰੂ ਜੀ ਸਿੱਧਾਂ ਪਰ ਪਾਈ ਜਿੱਤ ਨੂੰ ਦੱਸਦੇ ਹਨ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੈ ਫੁਰਮਾਣੇ।
मांगे नाम पाए ए भिख्या, तेरे दर्शन को कुर्बान है। अबनासी प्रभ खेल रचाया, गुरमुख सोजी होई। नानक सब जुग आपे वरतै, दूजा अवर न कोई। भाव ਇਹ ਹੈ ਕਿ ਸਿੱਧ ਲੋਕ ਜੋ ਜੋਗ ਮਤ ਦੇ ਗੁਰੂ ਹਨ ਤੇ ਸਾਧਕ ਜੋ ਸਾਧਨਾ ਕਰਨ ਵਾਲੇ ਸਨ, ਉਹ ਸਾਰੇ ਜੋਗੀਆਂ ਦੇ ਗੁਰੂ ਤੇ ਚੇਲੇ ਹੁਣ ਨਾਮ ਸਾਥੋਂ ਮੰਗਦੇ ਹਨ। ਕਹਿੰਦੇ ਹਨ ਸਾਨੂੰ ਕਿਵੇਂ ਇਹ ਭਿਖਿਆ ਪਾਵੋ, ਤੇ ਆਖਦੇ ਹਨ ਤੇਰੇ ਦਰਸ਼ਨ ਤੋਂ ਸਦਕੇ ਹਾਂ, ਅਰਥਾਤ ਉਸ ਦਰਸ਼ਨ ਮਤ ਫਲਸਫਾ ਧਰਮ ਦੀ ਸਿੱਖਿਆ ਤੋਂ ਅਸੀਂ ਸਦਕੇ ਹਾਂ, ਜਾਂ ਆਪ ਦੇ ਦੀਦਾਰ ਤੋਂ ਸਦਕੇ ਹਾਂ। ਸੋ ਗੁਰੂ ਜੀ ਕਹਿੰਦੇ ਹਨ, ਜੈਸਾ ਕਿ ਗੁਰੂ ਜੀ ਦਾ ਨਿਰਅਭਿਮਾਨ ਸੁਭਾਅ ਸੀ, ਇਹ ਵਾਹਿਗੁਰੂ ਦਾ ਖੇਲ ਹੈ ਕਿ ਇਹ ਲੋਕ ਗੁਰਮੁਖ ਹੋ ਗਏ ਹਨ, ਨਾਮ ਲੈ ਲਿਆ ਤੇ ਸੋਝੀ ਆ ਗਈ ਨੇ। ਕਹਿੰਦੇ ਹਨ ਗੁਰੂ ਨਾਨਕ ਸਾਰੇ ਯੁਗਾਂ ਵਿੱਚ ਆਪ ਵਰਤਦਾ ਹੈ ਔਰ ਕੋਈ ਨਹੀਂ। ਭਾਵ ਕਲਯੁਗ ਵਿੱਚ ਜੋ ਕੁਝ ਮੈਂ ਕਰ ਰਿਹਾ ਹਾਂ, ਇਹ ਮੇਰਾ ਕੰਮ ਨਹੀਂ, ਉਸ ਦਾ ਹੈ। ਸੋ ਭੈਣ ਜੀ, ਇਹ ਗੋਸ਼ਟ ਪੰਜਾਬ ਵਿੱਚੋਂ ਜੋਗ ਮਤ ਦਾ ਆਖਰੀ ਦੀਵਾ ਬੁਝਾਉਣ ਵਾਲੀ ਸੀ। ਭਾਵੇਂ ਕਿਤੇ ਕਿਤੇ ਮਠ ਤੇ ਜੋਗੀ ਰਹਿ ਗਏ ਤੇ ਅੱਜ ਤੱਕ ਹਨ, ਪਰ ਪੰਜਾਬ ਦਾ ਮਤ ਜੋਗ ਹੈ। ਇਹ ਚਿਰਾਗ ਗੁੱਲ ਹੋ ਗਿਆ, ਕਿਉਂਕਿ ਸਭ ਨਾਮੀ ਜੋਗੀ ਨਾਮ ਤਰੀਕ ਸਿੱਖ ਬਾਬੇ ਨਾਨਕ ਦੇ ਹੋ ਗਏ। ਸਾਂਖ ਤੇ ਜੋਗ ਦੇ ਫਿਲਸਫੇ ਨਾਲ ਵੀ ਗੁਰੂ ਜੀ ਆਪਣਾ ਕਈ ਗੱਲਾਂ ਤੇ ਅਜੋੜ ਦੱਸ ਜਾਂਦੇ ਹਨ। ਜੈਸੇ ਕਿ ਸਾਂਖ ਪੁਰਖ ਨੂੰ ਕਰਤਾ ਨਹੀਂ ਮੰਨਦਾ ਤੇ ਜੋਗ ਆਪਣੇ ਪੁਰਖ ਵਿਸ਼ੇਸ਼ ਨੂੰ ਕਰਤਾ ਨਹੀਂ ਮੰਨਦਾ, ਪਰ ਗੁਰੂ ਜੀ ਆਪਣੇ ਰੱਬ ਨੂੰ ਪੁਰਖ ਕਹਿ ਕੇ ਉਸ ਨੂੰ ਕਰਤਾ ਦੱਸਦੇ ਹਨ। ਜੈਸੇ ਕਰਤਾ ਪੁਰਖ, ਸਾਂਖ ਤੇ ਜੋਗ ਕੁਦਰਤ ਨੂੰ ਸੁਤੰਤਰ ਮੰਨਦੇ ਹਨ, ਪਰ ਗੁਰੂ ਜੀ ਦੱਸਦੇ ਹਨ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ। ਵੇਦਾਂਤ ਮਾਇਆ ਨੂੰ ਉਪਾਧੀ ਦੱਸਦਾ ਹੈ ਤੇ ਗੁਰੂ ਜੀ ਮਾਇਆ ਨੂੰ ਵੀ ਕਰਤੇ ਦੀ ਰਚੀ ਹੋਈ ਦੱਸਦੇ ਹਨ। 15ਵਾਂ ਹੈ ਗੱਦੀ ਦੇਣੀ। ਭੈਣ, ਗੁਰੂ ਜੀ ਨੇ ਗੱਦੀ ਕਿਸ ਨੂੰ ਦਿੱਤੀ? ਵੀਰ, ਗੁਰੂ ਅੰਗਦ ਦੇਵ ਜੀ ਨੂੰ, ਜਿਨ੍ਹਾਂ ਦਾ ਪਹਿਲਾ ਨਾਮ ਲੈਣਾ ਜੀ ਸੀ। ਭੈਣ, ਸਾਰਾ ਪ੍ਰਸੰਗ ਸੁਣਾਓ, ਪਰ ਬਾਹਰੋਂ ਨਹੀਂ। ਵੀਰ, ਸ੍ਰੀ ਪਾਵਨ ਲਹਿਣਾ ਜੀ ਖਡੂਰ ਵਿੱਚ ਰਹੇ, ਯਥਾ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਫੇਰੂ ਸੀ, ਜੋ ਇਸੇ ਤੁਕ ਵਿੱਚ ਫੇਰਾਣ ਯਾਨੀ ਫੇਰੂ ਦੇ ਪੁੱਤ ਕਰਕੇ ਦੱਸਿਆ ਹੈ। ਗੁਰੂ ਨਾਨਕ ਦੇਵ ਜੀ ਨੇ ਗੱਦੀ ਦੇਣ ਲੱਗਿਆਂ ਪੁੱਤਰਾਂ ਤੇ ਸਿੱਖਾਂ ਦੀ ਸੋਧ ਕੀਤੀ। ਸਭ ਵਿੱਚੋਂ ਲਹਿਣਾ ਜੀ ਪੂਰਨ ਨਿਕਲੇ। ਯਥਾ ਸਿੱਖਾਂ ਪੁੱਤਰਾਂ ਘੋਖ ਕੈ, ਸਭ ਉਮਤ ਵੇਖੋ ਜਿਕਿਉਨ, ਜਾਂ ਸੁਦੋ ਸੋ ਤਾਂ ਲਹਿਣਾ ਟਿਕਿਉਨ। ਸ੍ਰੀ ਗੁਰੂ ਜੀ ਦੇ ਪੁੱਤਰਾਂ ਨੇ ਸਤਿਗੁਰਾਂ ਦੇ ਕੌਲ ਪਾਲੇ ਨਹੀਂ ਸਨ, ਅਰਥਾਤ ਉਹ ਸੋਧ ਵਿੱਚ ਪੂਰੇ ਨਹੀਂ ਸੇ ਨਿਕਲੇ। ਉਹਨਾਂ ਬਾਰੇ ਲਿਖਿਆ ਹੈ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਐ, ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛਟੀਐ। ਭੈਣ, ਭਲਾ ਵੀਰ ਜੀ, ਤੁਸੀਂ ਜੋ ਟਿੱਕੇ ਦੀ ਵਾਰ ਦੀਆਂ ਤੁਕਾਂ ਵਿੱਚ ਇਹ ਪ੍ਰਸੰਗ ਦੱਸ ਰਹੇ ਹੋ, ਉੱਥੇ ਲੈਣਾ ਨਾਮ ਲਿਖਿਆ ਹੈ, ਤੁਸੀਂ ਗੁਰੂ ਅੰਗਦ ਕਿਸ ਤਰ੍ਹਾਂ ਆਖ ਦਿੱਤਾ ਹੈ? ਵੀਰ, ਨਹੀਂ ਭੈਣ ਜੀ, ਉੱਥੇ ਹੀ ਲਿਖਿਆ ਹੈ। ਗੁਰੂ ਅੰਗਦ ਦੀ ਦੋਹੀ ਫਿਰੀ, ਸੱਚ ਕਰਤੈ ਬੰਦ ਬਹਾਲੀ। ਹੋਰ ਸੁਣੋ ਭੈਣ ਜੀ, ਗੁਰੂ ਅੰਗਦ ਜੀ ਦੀ ਸੁਪਤਨੀ ਜੀ ਦਾ ਨਾਮ ਖੀਵੀ ਜੀ ਸੀ, ਔਰ ਉਹ ਬੜੇ ਨੇਕ ਸਨ। ਸਾਧ ਸੰਗਤ ਨੂੰ ਪਦਾਰਥ ਦੇਂਦੇ, ਲੰਗਰ ਆਪ ਵੰਡਦੇ ਸਨ ਤੇ ਘਿਆਲੀਆਂ ਖੀਰਾਂ ਖੁਆਲਦੇ ਸਨ। ਉਹਨਾਂ ਦੀ ਛਤਰ ਛਾਵੇਂ ਸ੍ਰਿਸ਼ਟੀ ਨੇ ਬਹੁਤ ਸੁਖ ਪਾਇਆ। ਦੇਖੋ ਲਿਖਿਆ ਹੈ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਂ ਪਤਰਾਲੀ, ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ। ਭੈਣ, ਇਹ ਕਿਸ ਤਰ੍ਹਾਂ ਪਤਾ ਲੱਗਾ ਕਿ ਖੀਵੀ ਜੀ ਗੁਰੂ ਜੀ ਦੇ ਘਰੋਂ ਸਨ? ਵੀਰ, ਇਸ ਤੁਕ ਤੋਂ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ, ਬਲਵੰਡ ਉਹਨਾਂ ਨੂੰ ਆਪਣੀ ਮਾਤਾ ਆਖਦਾ ਹੈ ਤੇ ਫਿਰ ਆਖਦਾ ਹੈ ਸ੍ਰਿਸ਼ਟੀ ਦਾ ਭਾਰ ਚੁੱਕਣ ਵਾਲੇ ਗੁਰੂ ਉਸਦੇ ਸ਼ੌ ਪਤੀ ਹਨ, ਤੇ ਭਾਰ ਚੁੱਕਣ ਵਾਲੇ ਦਾ ਪ੍ਰਸੰਗ ਗੁਰੂ ਅੰਗਦ ਦਾ ਚੱਲ ਰਿਹਾ ਹੈ। ਪਿਤਾ, ਸ਼ਾਬਾਸ਼ ਬਰਖੁਰਦਾਰ, ਬਹੁਤ ਖੂਬ। ਭੈਣ, ਗੁਰੂ ਅੰਗਦ ਗੁਰੂ ਨਾਨਕ ਦੇਵ ਜੀ ਵਰਗੇ ਸਨ ਜਾਂ ਘੱਟ ਵੱਧ? ਵੀਰ, ਉਹ ਜੇ ਦੇਖੋ ਲਿਖਿਆ ਹੈ, ਲੈਣੇ ਦੀ ਫੇਰਾਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ ਉਹਾ ਜੁਗਤ ਸਾਏ, ਸਹਿਕਾਇਆ ਫੇਰ ਪਲਟੀ ਹੈ। ਭੈਣ, ਭਲਾ ਗੱਦੀ ਆਪ ਗੁਰੂ ਨਾਨਕ ਨੇ ਦਿੱਤੀ ਸੀ ਕਿ ਮਗਰੋਂ ਸੰਗਤਾਂ ਨੇ?
ਇਹ ਸ਼ੰਕਾ ਦਾ ਸਮਾਧਾਨ ਕਿਕੋਂ ਕਰੋਗੇ? ਵੀਰ, ਇਹ ਤਾਂ ਸਾਫ਼ ਹੈ ਕਿ ਗੁਰਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮ ਦੇ, ਸਹਿ ਟਿੱਕਾ ਦਿੱਤੁਸ ਜੀਵ ਦੇ। ਅਰਥਾਤ ਗੁਰੂ ਨਾਨਕ ਨੇ ਸਰੀਰ ਦੇ ਹੁੰਦਿਆਂ ਚੇਲੇ ਨਾਲ ਗੁਰਿਆਈ ਦੀ ਸਾਂਝ ਕੀਤੀ। ਗੁਰੂ ਅੰਗਦ ਨੂੰ ਜੀਵਦੇ ਜੀ ਗੁਰੂ ਨਾਨਕ ਨੇ ਟਿੱਕਾ ਦਿੱਤਾ। ਭੈਣ, ਕੀ ਗੁਰੂ ਅੰਗਦ ਦੇਵ ਜੀ ਨੇ ਉਸੇ ਤਰ੍ਹਾਂ ਕੰਮ ਕੀਤਾ ਜਿਵੇਂ ਗੁਰੂ ਨਾਨਕ ਦੇਵ ਜੀ ਨੇ? ਵੀਰ, ਜੀ ਹਾਂ, ਆਪ ਜੀ ਨੇ ਗੁਰੂ ਕੇ ਸ਼ਬਦ ਦਾ ਲੰਗਰ ਖੁੱਲੇ ਦਿਲ ਵਰਤਾਇਆ। ਲੰਗਰ ਚਲੇ ਗੁਰ ਸ਼ਬਦ ਹਰ ਤੋਟ ਨ ਆਵੀ ਖਟੀਏ, ਖਰਚੈ ਦਿੱਤ ਖਸਮ ਦੀ ਆਪ ਖੈਂਦੀ ਖੈਰ ਦਬਟੀਏ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਏ, ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। 16ਵਾਂ ਹੈ ਪੰਜ ਗੁਰੂ। ਭੈਣ, ਗੁਰੂ ਨਾਨਕ ਤੋਂ 5ਵੀਂ ਪਾਤਸ਼ਾਹੀ ਤੱਕ ਨਾਮ ਦੇ ਗੱਦੀ ਮਿਲਣ ਬਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੋਈ ਸਬੂਤ ਮਿਲਦੇ ਹਨ? ਵੀਰ, ਹਾਂ ਭੈਣ ਜੀ, ਸੁਣੋ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ। ਗੁਰੂ ਰਾਮਦਾਸ ਦਰਸ਼ਨ ਪਰਸ ਕੈ ਮਥਰਾ ਅੰਮ੍ਰਿਤ ਬੈਣ, ਮੂਰਤ ਪੰਜ ਪਰਵਾਨ ਪੁਰਖ ਗੁਰ ਅਰਜਨ ਪਿੱਖੋਂ ਨੇ। ਭੈਣ, ਤੁਖਾਰੀ ਰਾਗ ਵਿੱਚ ਕਈ ਬਾਣੀ 12 ਮਾਹ ਵਿੱਚੋਂ ਵੀ ਕੁਝ ਭੇਦ ਖੁੱਲ੍ਹਦਾ ਹੈ। ਵੀਰ, ਬਾਣੀ ਤਾਂ ਉਹ ਵਾਹਿਗੁਰੂ ਪ੍ਰੇਮ ਦੀ ਭਰੀ ਹੋਈ ਸਾਡੇ ਪਾਰ ਉਤਾਰੇ ਦੇ ਉਪਦੇਸ਼ਾਂ ਵਾਲੀ ਹੈ, ਪਰ ਗਹਿਰੀ ਨਜ਼ਰੇ ਪਾਠ ਕੀਤਿਆਂ ਇਹ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਬੜੀ ਮਿੱਠੀ ਧੁਨੀ ਵਿੱਚ ਆਪਣੇ ਸੰਸਾਰ ਤੋਂ ਤੁਰਨ ਦੀ ਤਿਆਰੀ ਕਰ ਰਹੇ ਹਨ। ਇਸ ਸਮਾਪਤੀ ਪਰ ਪਿਤਾ ਨੇ ਪੁੱਤਰ ਨੂੰ ਆਸ਼ੀਰਵਾਦ ਦਿੱਤੀ ਤੇ ਪਰਿਵਾਰ ਗਦਗਦ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।